ਸਿਮਰੋ ਅੰਗਦ ਦੁਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜੁਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਕਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੌਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਨ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅਕਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਅਨੰਤਾਂ ਦੇ ਸਾਗਰ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸੰਗਰਾਂਦ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਦੇ ਪ੍ਰਕਾਸ਼ ਪੁਰਬਾਂ ਨੂੰ ਮੁੱਖ ਰੱਖਦੇ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਪਿਛਲੇ ਸਮੇਂ ਤੋਂ ਕਵੀ ਸੰਤੋਖ ਸਿੰਘ ਜੀਆਂ ਦੁਆਰਾ ਰਚੀ ਗਈ ਪਵਿੱਤਰ ਕਥਾ ਵਿਚਾਰ ਰਹੇ ਹਾਂ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਆਖੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਜੀਵਨ ਅੰਦਰ 4 ਉਦਾਸੀਆਂ ਕਰਦੇ ਨੇ। ਤੀਸਰੀ ਉਦਾਸੀ ਦੇ ਸਮੇਂ ਮਹਾਰਾਜ ਸਿੱਧਾਂ ਦੇ ਨਾਲ ਗੋਸ਼ਟ ਕਰਨ ਵਾਸਤੇ ਉਹਨਾਂ ਦਾ ਮਾਣ ਹੰਕਾਰ ਦੂਰ ਕਰਨ ਵਾਸਤੇ ਮਹਾਰਾਜ ਸਮੇਰ ਪਰਬਤ ਵੱਲ ਚੱਲੇ ਨੇ। ਨਾਲ ਭਾਈ ਵਾਲਾ ਮਰਦਾਨਾ ਹੈ। ਈਰਖਾ ਦੇ ਵਸ ਹੋ ਕਰਕੇ ਸਿੱਧਾਂ ਦਾ ਜੋ ਮੁਖੀਆ ਹੈ ਗੁਰੂ ਹੈ ਗੋਰਖਨਾਥ
ਕਦੇ ਆਪ ਆਇਆ, ਕਦੇ ਆਪਣੇ ਨਾਲ ਦੇ ਹੋਰਨਾਂ ਸਿੱਧਾਂ ਨੂੰ ਸਤਿਗੁਰਾਂ ਵੱਲ ਘੱਲਿਆ ਹੈ। ਸਮਰੱਥ ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਸਿੱਧਾਂ ਦਾ ਹੰਕਾਰ ਦੂਰ ਕਰਦੇ ਹੋਏ ਉਹਨਾਂ ਨੂੰ ਪਰਮਾਰਥ ਦਾ ਰਸਤਾ ਵਿਖਾਉਂਦੇ ਹੋਏ ਮਹਾਰਾਜ ਉਪਦੇਸ਼ ਦੇ ਕਰਕੇ ਜੋ ਤਪਦੇ ਹਿਰਦੇ ਹਨ ਉਹਨਾਂ ਸਿੱਧਾਂ ਦੇ ਮਹਾਰਾਜ ਆਪਣੇ ਪਵਿੱਤਰ ਉਪਦੇਸ਼ ਦੇ ਨਾਲ ਠੰਡੇ ਕਰ ਮੋੜਦੇ ਨੇ। ਸਤਿਗੁਰੂ ਜੀ ਬੜੇ ਉੱਚੇ ਪਹਾੜ ਉੱਪਰ ਵਿਰਾਜੇ ਹੋਏ ਨੇ। ਇਹ ਕਥਾ ਭਾਈ ਬਾਲਾ ਜੀ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਜਦੋਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀਆਂ ਨੂੰ ਸੁਣਾਉਂਦੇ ਨੇ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਐਸੇ ਰਸ ਵਿੱਚ ਆਉਂਦੇ ਨੇ, 7 ਦਿਨ ਔਰ 7 ਰਾਤਾਂ ਸਮਾਧੀ ਅੰਦਰ ਬੈਠਦੇ ਨੇ। 8ਵੇਂ ਦਿਨ ਜਦੋਂ ਮਹਾਰਾਜ ਸਰੀਰ ਅੰਦਰ ਚੇਤਨ ਸ਼ਕਤੀ ਆਉਂਦੀ ਹੈ, ਸਤਿਗੁਰੂ ਜੀ ਸਮਾਧੀ ਛੱਡਦੇ ਨੇ। ਇਸ਼ਨਾਨ ਪਾਨ ਸਾਧ ਕਰਕੇ ਭੋਜਨ ਪ੍ਰਸ਼ਾਦਾ ਛਕ ਕਰਕੇ ਛੇਤੀ ਦੇ ਨਾਲ ਆ ਕਰਕੇ ਦੁਬਾਰਾ ਫੇਰ ਤਖਤ ਤੇ ਬੈਠਦੇ ਨੇ ਅਤੇ ਭਾਈ ਬਾਲਾ ਜੀਆਂ ਨੂੰ ਆਵਾਜ਼ ਮਾਰ ਕੇ ਅਗਲਾ ਇਤਿਹਾਸ ਸੁਣਾਉਣ ਵਾਸਤੇ ਕਹਿੰਦੇ। ਭਾਈ ਬਾਲਾ ਜੀ ਦੱਸਦੇ ਨੇ, ਮਹਾਰਾਜ ਜਦੋਂ ਮੈਂ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਸੀ, ਤੀਜੀ ਉਦਾਸੀ ਦੇ ਸਮੇਂ ਅਸੀਂ ਪਹਾੜ ਉੱਪਰ ਵਿਰਾਜੇ ਹੋਏ ਸੀ। ਪਹਿਲਾਂ ਗੋਰਖਨਾਥ ਆਇਆ ਹੈ, ਫਿਰ ਮਛਿੰਦਰਨਾਥ ਆਇਆ ਹੈ। ਮਛਿੰਦਰਨਾਥ ਤੋਂ ਬਾਅਦ ਲੋਹਾ ਰੀਪਾ ਨਾਮ ਦਾ ਇੱਕ ਸਿੱਧ ਆਇਆ ਹੈ। ਉਸ ਤੋਂ ਬਾਅਦ ਇੱਕ ਭੰਗਰਨਾਥ ਜੋ ਵੀ ਆਇਆ ਹੈ, ਜਿਹੜਾ ਬੜਾ ਹੰਕਾਰੀ ਸੀ। ਸਤਿਗੁਰੂ ਜੀ ਵਿਰਾਜੇ ਹੋਏ ਸਨ। ਭੰਗਰਨਾਥ ਨੇ ਆ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਤਾਈਂ ਬੜੇ ਕੌੜੇ ਬੋਲ ਬੋਲੇ ਨੇ, ਗਾਲ ਕੱਢੀ ਹੈ ਕਿ ਹੈ ਬਾਲਕ, ਤੂੰ ਜਿਸ ਰਸਤੇ ਵੱਲ ਤੁਰਿਆ ਹੈ ਉਸ ਰਸਤੇ ਦੇ ਅੱਗੇ ਮੌਤ ਹੀ ਮੌਤ ਹੈ, ਜੀਵਨ ਕਿਤੇ ਵੀ ਨਹੀਂ। ਜੇਕਰ ਤੂੰ ਅੱਗੇ ਜਾਣਾ ਚਾਹੁੰਦਾ ਹੈ ਤੇ ਜੋ ਮਹਾਨ ਗੁਰੂ ਹੈ, ਰਿੱਧੀਆਂ ਸਿੱਧੀਆਂ ਦਾ ਮਾਲਕ ਗੋਰਖਨਾਥ, ਉਸ ਨੂੰ ਆਪਣਾ ਗੁਰੂ ਮੰਨਣਾ ਕਰ। ਜੋ ਯੋਗ ਮਤ ਹੈ ਇਸ ਨੂੰ ਅਪਣਾਉਣਾ ਕਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਕਿ ਭੰਗਰਨਾਥ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਤੇਰੇ ਗੁਰੂ ਗੋਰਖਨਾਥ ਨੂੰ, ਉਹਦੇ ਪੱਲੇ ਕੁਝ ਵੀ ਨਹੀਂ। ਉਪਦੇਸ਼ ਉਹਦੇ ਤੋਂ ਲਿਆ ਜਾਂਦਾ ਹੈ ਜਿਸ ਦੇ ਪੱਲੇ ਖੁਦ ਗਿਆਨ ਹੋਵੇ, ਪਰ ਜਿਹੜਾ ਤੇਰਾ ਗੁਰੂ ਗੋਰਖਨਾਥ ਹੈ ਉਹ ਅਗਿਆਨੀ ਹੈ, ਗਿਆਨੀ ਨਹੀਂ। ਗਿਆਨ ਤੋਂ ਰਹਿਤ ਹੈ ਕਿੰਨਾ ਹੈ। ਤੇ ਨਾਲੇ ਤੁਹਾਡੀ ਯੋਗ ਮਤ ਦੇ ਪੱਲੇ ਹੈ ਹੀ ਕੀ? ਤੁਸੀਂ ਕੰਨ ਪੜਵਾ ਲਏ ਨੇ, ਕੱਚ ਦੀਆਂ ਮੁੰਦਰਾਂ ਪਾਈਆਂ ਨੇ, ਇਸ ਪ੍ਰਕਾਰ ਭਗਵੇਂ ਕੱਪੜੇ ਪਾ ਕਰਕੇ, ਮੋਢਿਆਂ ਤੇ ਝੋਲੀਆਂ ਪਾ ਕਰਕੇ ਦਰ ਜਾ ਕੇ ਆਟਾ ਮੰਗਦੇ ਫਿਰਦੇ ਆ। ਗ੍ਰਸਤੀ ਜੀਵਨ ਤੋਂ ਭੱਜੇ ਹੋਏ ਹੋ, ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭੱਜ ਕਰਕੇ ਤੁਸੀਂ ਪਹਾੜਾਂ ਵਿੱਚ ਆਏ ਤੇ ਵਾਪਸ ਫਿਰ ਗ੍ਰਸਤੀਆਂ ਦੇ ਘਰੇ ਜਾ ਕੇ ਆਟਾ ਦਾਲਾਂ ਮੰਗਦੇ। ਸਰੀਰਾਂ ਉੱਪਰ ਤੁਸੀਂ ਸਵਾਹ ਵਾਲੀ ਹੋਈ ਹੈ। ਇਸ ਪ੍ਰਕਾਰ ਜਦੋਂ ਸਤਿਗੁਰਾਂ ਨੇ ਭੰਗਰਨਾਥ ਨੂੰ ਉਪਦੇਸ਼ ਦਿੱਤਾ ਹੈ, ਸੁਣ ਕਰਕੇ ਸਤਿਗੁਰਾਂ ਦੇ ਉਪਦੇਸ਼ ਨੂੰ ਇਸ ਪ੍ਰਕਾਰ ਬੜਾ ਹੈਰਾਨ ਹੋਇਆ ਹੈ। ਸਤਿਗੁਰੂ ਜੀ ਕਹਿੰਦੇ, ਤੁਹਾਡੇ ਗੁਰੂ ਗੋਰਖਨਾਥ ਨੇ ਜੀਵਨ ਅੰਦਰ ਕੋਈ ਚੱਜ ਦਾ ਕੰਮ ਕੀਤਾ ਹੀ ਨਹੀਂ। ਬਸ ਇੱਕ ਰਿੱਧੀਆਂ ਸਿੱਧੀਆਂ ਦੇ ਨਾਲ ਆਪਣੀ ਉਮਰ ਵਧਾ ਲਈ ਹੈ, ਆਪਣੇ ਆਪ ਨੂੰ ਜੋਗੀ ਦੱਸਦੇ ਹੋ, ਪਰ ਯੋਗ ਮਤ ਤੋਂ ਅਣਜਾਣ ਹੋ। ਸਤਿਗੁਰੂ ਜੀ ਕਹਿੰਦੇ, ਮੁੱਖ ਦੀ ਗੱਲ ਇਹ ਹੈ ਕਿ ਤੁਸੀਂ ਪਖੰਡ ਦੇ ਖਜ਼ਾਨੇ ਹੋ, ਪਖੰਡ ਦੇ ਸਮੁੰਦਰ ਹੋ, ਤੇ ਤੁਹਾਡਾ ਗੁਰੂ ਗੋਰਖਨਾਥ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿੱਛੇ ਲਾ ਕਰਕੇ ਆਪਣੀ ਸੇਵਾ ਕਰਵਾਉਂਦਾ ਹੈ, ਆਪਣੀ ਵਡਿਆਈ ਕਰਵਾਉਂਦਾ ਹੈ, ਆਪਣੇ ਚੇਲੇ ਬਣਾਉਂਦਾ ਹੈ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੋਰਖਨਾਥ ਵੱਲੋਂ ਘੱਲੇ ਹੋਏ ਜੋਗੀ ਭੰਗਰਨਾਥ ਨੂੰ ਉਪਦੇਸ਼ ਦੇ ਰਹੇ ਨੇ। ਮਹਾਰਾਜ ਸਤਿਗੁਰੂ ਜੀ ਵਿਰਾਜੇ ਹੋਏ ਨੇ। ਇੱਥੋਂ ਤੱਕ ਕੱਲ੍ਹ ਦੀਆਂ ਕਥਾ ਵਿਚਾਰਾਂ ਆਈਆਂ ਸਨ, ਜੋ ਆਉਣ ਵਾਲਾ ਗੁਰੂ ਇਤਿਹਾਸ ਹੈ। ਆਓ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਜੋ ਸੁਨ ਭੂਸ਼ਣ ਭੂਤ ਭਇਓ,
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਪਵਿੱਤਰ ਬਚਨ ਸੁਣੇ ਨੇ। ਜੋਗੀ ਭੰਗਰਨਾਥ ਸੁਣ ਕਰਕੇ ਚੁੱਪ ਹੋਇਆ ਏ, ਕੋਈ ਬੋਲ ਨਹੀਂ ਆਉਂਦਾ, ਚੁੱਪ ਨੂੰ ਧਾਰਨ ਕੀਤਾ ਹੈ। ਪੁਨ ਭੰਗਰਨਾਥ ਨਾ ਬਾਣੀ ਅਲਾਈ। ਫਿਰ ਭੰਗਰਨਾਥ ਜੋਗੀ ਕੁਝ ਵੀ ਬੋਲ ਨਹੀਂ ਸਕਿਆ। ਸਾਰੇ ਸਵਾਲ ਖਤਮ ਹੋ ਗਏ ਨੇ। ਸਤਿਗੁਰਾਂ ਦੀ ਬਾਬਤ ਹੋਰ ਸਵਾਲ ਨਹੀਂ ਉੱਠੇ। ਲੋਕ ਭਇਓ ਪ੍ਰਗਟਿਓ ਟਿਕ ਗੋਰਖ। ਗੁਰੂ ਨਾਨਕ ਦੇਵ ਜੀਆਂ ਦੇ ਪਾਸੋਂ ਸ਼ਰਮਸਾਰ ਹੋ ਕਰਕੇ ਅਲੋਪ ਹੋਇਆ ਹੈ ਤੇ ਜਾ ਕਰਕੇ ਗੋਰਖਨਾਥ ਕੋਲ ਪ੍ਰਗਟ ਹੋਇਆ ਹੈ। ਬੈਠ ਗਏ ਨਿਜ ਆਸਨ ਲਾਈ। ਗੋਰਖਨਾਥ ਦੇ ਕੋਲ ਜਾ ਕੇ ਆਸਨ ਲਾ ਕਰਕੇ ਚੌਂਕੜਾ ਮਾਰ ਕੇ ਬੈਠਾ ਹੈ। ਆਗੇ ਚਲੇ ਦਹਿਤੇ ਗੁਰੂ ਨਾਨਕ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭੰਗਰਨਾਥ ਜੋਗੀ ਨੂੰ ਉਪਦੇਸ਼ ਦੇ ਕਰਕੇ ਸਤਿਗੁਰੂ ਜੀ ਅੱਗੇ ਚੱਲੇ ਨੇ। ਐ ਬਿਖਰੇ ਗਿਰ ਬੰਦ ਨ ਪਾਈ। ਭਾਈ ਬਾਲਾ ਜੀ ਕਹਿੰਦੇ ਪਹਾੜੀ ਰਸਤਾ ਹੈ, ਬੜਾ ਔਖਾ ਰਸਤਾ, ਕਠਿਨ ਰਸਤਾ ਹੈ। ਉਨਾ ਪਹਾੜ ਕੇ ਜਾਏ ਕੇ ਸਿਖਰ। ਇਸ ਪ੍ਰਕਾਰ ਮਹਾਰਾਜ ਪੂਨੇ ਨਾਮ ਦੇ ਪਹਾੜ ਉੱਪਰ ਚੜ ਰਹੇ ਸਨ। ਜਦੋਂ ਐਨ ਸਿਖਰ ਦੇ ਉੱਪਰ ਚੋਟੀ ਦੇ ਉੱਪਰ ਚਲੇ ਗਏ ਨੇ। ਬੈਸ ਗਏ ਸਤਿਰੂਪ ਸੁਹਾਈ। ਸੁੱਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਸਮਾਧੀ ਦੇ ਅੰਦਰ ਮਹਾਰਾਜ ਸਿਖਰ ਤੇ ਚੜ ਬੈਠੇ ਨੇ। ਕਬਿਤ ਬੈਠ ਘਟੀ ਦੀਨ ਮੁਸਕਾਨੇ ਹੈ ਪਰਬੀਨ। ਇਸ ਪ੍ਰਕਾਰ ਜਦੋਂ ਸਤਿਗੁਰਾਂ ਨੂੰ ਬਰਾਦਿਆਂ ਨੂੰ 3 ਘੜੀਆਂ ਬਤੀਤ ਹੋ ਗਈਆਂ ਨੇ, ਅਚਾਨਕ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੱਸਣ ਲੱਗੇ ਨੇ। ਗੁਰ ਗੁਰਜੇ ਮਰਦਾਨਾ ਕੈਸੇ ਕੀਨੋ ਮੁਸਕਾਵਨੋ। ਤੇ ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਕੀ ਗੱਲ ਹੋਈ, ਅਚਾਨਕ ਹੀ ਹੱਸਣ ਲੱਗੇ ਹੋ, ਆਪਣੇ ਹੱਸਣ ਦਾ ਕਾਰਨ ਦੱਸੋ ਜੀ। ਪ੍ਰਭੂ ਬੈਨ ਕਹਿਓ ਜੋਗੀ ਆਪ ਤੋਂ ਹੈ ਲਹਿਓ। ਪ੍ਰਭੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਚਨ ਕਰਨ ਲੱਗੇ ਨੇ, ਭਾਈ ਮਰਦਾਨਾ ਜੀ ਇੱਕ ਹੋਰ ਜੋਗੀ ਆਉਣ ਲੱਗਾ ਹੈ। ਏਕ ਮਨ ਮਨ ਕਹਿਓ ਦੱਸੇ ਦੇਖ ਕਰ ਆਵਨੋ। ਤੈਨੂੰ ਦੱਸਾਂ ਜੀ ਦਾ ਮਨ ਹੰਕਾਰ ਦੇ ਵਿੱਚ ਸੜਿਆ ਹੋਇਆ ਹੈ, ਐਸਾ ਜੋਗੀ ਆਉਂਦਾ ਹੈ। ਭੇਜਤ ਚੜਤ ਕਰ ਗੋਰਖ ਜੋ ਹਮ ਪਰ। ਇਸ ਪ੍ਰਕਾਰ ਜਿਵੇਂ ਕੋਈ ਦੁਸ਼ਮਣ ਦੇ ਉੱਪਰ ਭਾਈ ਮਰਦਾਨਾ ਜੀ ਫੌਜਾਂ ਚੜਾਉਂਦਾ ਹੈ, ਏਦਾਂ ਗੋਰਖਨਾਥ ਸਾਡੇ ਵੱਲ ਵਾਰ-ਵਾਰ ਆਪਣੇ ਸਿੱਧਾਂ ਨੂੰ ਘੱਲਦਾ ਹੈ। ਮਕਸਦ ਔਰ ਧਰ ਹੋਏ ਨਲ ਜਾਵਨੋ। ਸ਼ਰਮ ਨਹੀਂ ਆਉਂਦੀ ਗੋਰਖਨਾਥ ਨੂੰ, ਆਪ ਤਾਂ ਆ ਕਰਕੇ ਸਾਡੇ ਨਾਲ ਵਿਚਾਰ ਚਰਚਾ ਕਰ ਨਹੀਂ ਸਕਦਾ। ਆਪਣੇ ਸਿੱਧਾਂ ਨੂੰ ਵਾਰ-ਵਾਰ ਘੱਲਦਾ, ਬਹੁਤਾ ਈਰਖਾ ਵਸ ਹੋਇਆ ਹੈ। ਕਹੇ ਮਰਦਾਨਾ ਜਾਗੋ ਮਾਰੋ ਚੱਟੇ ਕਾਟੇ ਕਰ। ਤੇ ਭਾਈ ਮਰਦਾਨਾ ਜੀ ਬੜੇ ਗੁੱਸੇ ਵਿੱਚ ਆ ਕੇ ਬੋਲਦੇ ਨੇ, ਮਹਾਰਾਜ ਇਹਨਾਂ ਨਾਲ ਵਿਚਾਰ ਚਰਚਾ ਬਹੁਤ ਹੋ ਚੁੱਕੀ ਹੈ। ਜੇਕਰ ਆਪ ਜੀਆਂ ਦਾ ਹੁਕਮ ਹੋਵੇ, ਜਿਹੜਾ ਹੁਣ ਸਿੱਧ ਆਵੇਗਾ ਉਹਦਾ ਗਾਟਾ ਲਾ ਦਈਏ। ਮਹਾਰਾਜ ਬਸ ਮੈਨੂੰ ਅੱਖ ਦਾ ਇਸ਼ਾਰਾ ਕਰ ਦਿਓ, ਜਿਹੜੀ ਕੁਹਾੜੀ ਬਰਖ ਨੂੰ ਕੱਟਣ ਵਾਸਤੇ ਲਿਆਂਦੀ ਹੈ, ਇਸੇ ਹੀ ਕੁਹਾੜੀ ਦੇ ਨਾਲ ਆਉਣ ਵਾਲੇ ਜੋਗੀ ਦਾ ਗਲ ਲਾ ਦਿੰਦੇ ਆ ਉਹਨਾਂ ਦਾ। ਵੇਖੋ ਅੱਜ ਲੋਕ ਸ਼ੰਕਾ ਕਰ ਲੈਂਦੇ ਨੇ ਕਿ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਜੰਗ ਜੁਲਦੀ ਕੀਤੇ, ਪਰ ਇਹ ਗੁਰੂ ਨਾਨਕ ਦਾ ਘਰ ਹੈ। ਸਤਿਗੁਰਾਂ ਦੇ ਬਚਨ ਨੇ, ਜਾਤ ਗੋਤ ਹਮਾਰੀ ਹੈ ਦੰਗਾ, ਦੰਗਾ ਹੀ ਸਤਿਗੁਰ ਤੇ ਮਹਿੰਗਾ। ਮਹਾਰਾਜ ਕਹਿੰਦੇ ਭਾਈ ਜਿਹੜੀ ਸਿੱਖਾਂ ਦੀ ਖਾਲਸੇ ਦੀ ਜਾਤੀ ਗੋਤੀ ਆ, ਉਹ ਲੜਾਈ ਆ, ਦੰਗਾ ਹੈ, ਤੇ ਦੰਗਾ ਹੀ ਤਾਂ ਪਰਮੇਸ਼ਰ ਤੋਂ ਅਸੀਂ ਮੰਗਿਆ ਹੈ। ਵੇਖੋ ਭਾਈ ਮਰਦਾਨਾ ਜੀ ਅਖੀਰ ਦੇ ਵਿੱਚ ਸੂਰਮਤੀ ਵਾਲੇ ਬਚਨ, ਸੂਰਮੇ ਵਾਲੇ ਬਚਨ ਕਰ ਰਹੇ ਨੇ। ਮਹਾਰਾਜ ਜੇਕਰ ਆਪ ਜੀ ਅੱਖ ਦਾ ਇਸ਼ਾਰਾ ਕਰਦੇ ਹੋ ਨਾ, ਜਿਹੜਾ ਹੁਣ ਸਿੱਧ ਆਵੇਗਾ ਇਹਦਾ ਗਾਟਾ ਲਾ ਦਈਏ। ਲੈਨ ਦੇਨ ਇਨਕੋ ਨਹੀਂ। ਮਹਾਰਾਜ ਨਾ ਤਾਂ ਇਹਨਾਂ ਤੋਂ ਕੁਝ ਆਪਾਂ ਲੈਣਾ ਹੈ ਤੇ ਨਾ ਹੀ ਇਹਨਾਂ ਦਾ ਕੁਝ ਦੇਣਾ ਹੈ। ਆਵਦ ਰੂਸ ਵਢਾਏ। ਮਹਾਰਾਜ ਐਵੇਂ ਗੁੱਸੇ ਹੋ ਕੇ ਸਾਡੇ ਵੱਲ ਆਉਂਦੇ ਨੇ। ਇੱਕ ਤੋਂ ਜਗਹੀ ਮਾਰ ਪਾਓ। ਮਹਾਰਾਜ ਜਦੋਂ ਇੱਕ ਦਾ ਗੜ ਲਾ ਕੇ ਸੁੱਟ ਦਿੱਤਾ ਨਾ, ਜਦੋਂ ਇੱਕ ਨੂੰ ਮਾਰ ਦਿੱਤਾ, ਸਭੀ ਕੋ ਮਤ ਆਏ। ਤੇ ਸਾਰਿਆਂ ਜੋਗੀਆਂ ਨੂੰ ਮਤ ਆ ਜਾਵੇਗੀ ਜਿਹੜੇ ਵਾਰ-ਵਾਰ ਸਾਡੇ ਵੱਲ ਚੜਾਈ
ਮਹਾਰਾਜ ਇਹ ਆਪਣੇ ਬਰਾਬਰ ਕਿਸੇ ਨੂੰ ਨਹੀਂ ਜਾਣਦੇ, ਬੰਦੇ ਨੂੰ ਬੰਦਾ ਨਹੀਂ ਸਮਝਦੇ। ਦੀਜੇ ਸਕਲ ਵਿਦਾਰ ਜੇਕਰ ਮਹਾਰਾਜ ਆਪ ਜੀ ਹੁਕਮ ਕਰੋ ਤੇ ਇੱਕ ਨੂੰ ਬਦਾਰ ਦਈਏ, ਨਾਸ਼ ਕਰ ਦਈਏ। ਪਵਨ ਨ ਬੈਨ ਬਖਾਨ ਕੋ ਮਹਾਰਾਜ ਇਹਨਾਂ ਨਾਲ ਵਿਚਾਰ ਚਰਚਾ ਬਹੁਤ ਹੋ ਚੁੱਕੀ ਹੈ, ਹੁਣ ਵਿਚਾਰ ਚਰਚਾ ਨਾ ਕਰੀਏ, ਹੁਣ ਇਹਨਾਂ ਦੇ ਨਾਲ ਜੰਗ ਯੁੱਧ ਕਰੀਏ ਜੀ। ਕਬੈਤ ਸ੍ਰੀ ਗੁਰੂ ਅਲਾਈ ਨੇ ਹਾਥ ਕੀ ਲੜਾਈ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਦੇ ਬਚਨ ਸੁਣ ਕੇ ਹੱਸਣ ਲੱਗੇ ਕਿ ਭਾਈ ਮਰਦਾਨਿਆ, ਇਹਨਾਂ ਦੇ ਨਾਲ ਆਪਣੀ ਹੱਥਾਂ ਦੀ ਲੜਾਈ ਨਹੀਂ, ਇਹਨਾਂ ਨਾਲ ਆਪਾਂ ਹੱਥੀਂ ਜੰਗ ਨਹੀਂ ਕਰਨਾ। ਇਹਾਂ ਬੈਨ ਚਤੁਰਾਈ ਕਰੇ ਬਾਤ ਸਿੱਧ ਆਵਈ। ਭਾਈ ਮਰਦਾਨਾ ਜੀ ਇਹਨਾਂ ਨਾਲ ਤਾਂ ਵਿਚਾਰ ਚਰਚਾ ਦਾ ਜੰਗ ਹੈ, ਇਹਨਾਂ ਨਾਲ ਤਾਂ ਆਪਾਂ ਸਿਆਣਪ ਦੇ ਨਾਲ ਆਪਣੀਆਂ ਬੋਲਾਂ ਦੇ ਨਾਲ ਵਚਨਾਂ ਦੇ ਨਾਲ ਯੁੱਧ ਕਰ ਰਹੇ ਹਾਂ। ਬੋਲਤ ਪਰਸਪਰ ਆਵਾ ਤਬ ਜੋਗੀ ਸੋ। ਇਸ ਪ੍ਰਕਾਰ ਭਾਈ ਮਰਦਾਨਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਸ ਦੇ ਵਿੱਚ ਵਿਚਾਰ ਕਰ ਹੀ ਰਹੇ ਸਨ, ਆਪਸੀ ਗੱਲਾਂ ਕਰ ਰਹੇ ਸਨ। ਇੰਨੇ ਕੁ ਸਮੇਂ ਨੂੰ ਇੱਕ ਹੋਰ ਜੋਗੀ ਆਇਆ ਹੈ। ਨਾਮ ਹੈ ਕਲੀਫਾ ਐਸੇ ਬਾਪ ਕੋ ਅਲਾਵਈ। ਜਿਹੜਾ ਹੁਣ ਜੋਗੀ ਆਇਆ ਹੈ ਸੰਗਤ ਜੀ, ਉਹਦਾ ਨਾਮ ਕਨੀਫਾ ਜੋਗੀ ਹੈ। ਕਨੀਫਾ ਜੋਗੀ ਆਇਆ ਹੈ ਤੇ ਸਤਿਗੁਰਾਂ ਤਾਈਂ ਬੋਲਿਆ ਹੈ। ਆਗੇ ਇਹਾਂ ਆਏ ਕਹਿ ਪੂਰਬ ਹੀ ਆਏ ਤੁਮ। ਇਸ ਪ੍ਰਕਾਰ ਕਹਿਣ ਲੱਗਾ ਹੈ ਕਿ ਗੁਰੂ ਨਾਨਕ ਤੁਸੀਂ ਇੱਥੇ ਪਹਿਲਾਂ ਵੀ ਆਏ ਹੋ ਜਾਂ ਫਿਰ ਪਹਿਲੀ ਵਾਰ ਆਏ ਹੋ। ਕੌਣੇ ਥਾਨ ਤੀਕ ਅਬ ਚੱਲ ਕਰ ਜਾਵਈ। ਤੇ ਹੁਣ ਤੁਸੀਂ ਅੱਗੇ ਕਿੱਥੇ ਜਾਣਾ ਚਾਹੁੰਦੇ ਹੋ? ਕੌਣ ਨਾਮ ਤੇਰੋ ਕੋ ਮਾਨ ਕੋ ਭਨੇਰੋ ਕੀਨੋ। ਇਸ ਪ੍ਰਕਾਰ ਆਪਣਾ ਸਾਰੇ ਜਾਣੇ ਨਾਮ ਦੱਸੋ ਤੇ ਜਿਹੜਾ ਤੁਹਾਡੇ ਅੰਦਰ ਮਾਨ ਹੰਕਾਰ ਹੈ ਨਾ, ਇਹਨੂੰ ਛੱਡ ਦੇਵੋ। ਲੀਜੇ ਉਪਦੇਸ਼ ਮੇਰੋ ਨਿਕੋ ਹੁਣ ਸੁਣਾਵਈ। ਤੇ ਮੈਂ ਬੜਾ ਸੁੰਦਰ ਉਪਦੇਸ਼ ਦੇਵਾਂਗਾ, ਮੇਰਾ ਉਪਦੇਸ਼ ਸੁਣ ਕਰਕੇ ਮੇਰੇ ਚੇਲੇ ਬਣ ਜਾਓ। ਆਗੇ ਹਮ ਆਏ ਤਉ ਕਹਿਲ ਅਬ ਜਾਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਅਸੀਂ ਅੱਗੇ ਵੀ ਇੱਥੇ ਆਏ ਹਾਂ, ਅੱਗੇ ਵੀ ਇੱਥੇ ਆਏ ਹਾਂ, ਇਸ ਲਈ ਅਸੀਂ ਅੱਗੇ ਚੱਲੇ ਹਾਂ। ਦੇਖੇ ਬਿਨਾ ਸੁਨੇ ਕਬ ਕੋ ਐਸੇ ਚਲ ਜਾਤ ਹੈ। ਮਹਾਰਾਜ ਕਹਿੰਦੇ ਹੈ ਜੋਗੀ ਜਿਸ ਰਸਤੇ ਕਦੇ ਆਏ ਨਾ ਹੋਈਏ ਨਾ, ਤੇ ਉਸ ਰਸਤੇ ਬੰਦਾ ਕਿਵੇਂ ਜਾ ਸਕਦਾ ਹੈ? ਉਹ ਬੰਦਾ ਭਟਕ ਜਾਂਦਾ ਹੈ। ਅਸੀਂ ਦਰਅਸਲ ਇੱਥੇ ਪਹਿਲਾਂ ਵੀ ਆ ਚੁੱਕੇ ਹਾਂ। ਨਾਨਕ ਹੈ ਨਾਮ ਉਪਦੇਸ਼ ਤਮ ਹਾਨ ਜੋ। ਮਹਾਰਾਜ ਕਹਿੰਦੇ ਗੁਰੂ ਨਾਨਕ ਮੇਰਾ ਨਾਮ ਹੈ ਤੇ ਐਸਾ ਉਪਦੇਸ਼ ਮੈਂ ਵੀ ਤੈਨੂੰ ਦਵਾਂਗਾ ਜਿਸ ਦੇ ਨਾਲ ਤੇਰੇ ਅਗਿਆਨ ਦਾ ਹਨੇਰਾ ਸਾਰਾ ਦੂਰ ਹੋ ਜਾਵੇਗਾ। ਸੋ ਕਬੂ ਆਨ ਕਰ ਐਸੋ ਗੁਰ ਰਾਤ ਹੈ। ਮਹਾਰਾਜ ਕਹਿੰਦੇ ਜੇਕਰ ਤੇਰੇ ਕੋਲ ਕੋਈ ਉਪਦੇਸ਼ ਹੈ ਤੇ ਦੇਣਾ ਕਰ, ਨਹੀਂ ਬਿਨਾਂ ਗੱਲੋਂ ਸਾਡੇ ਨਾਲ ਕੋਈ ਚਰਚਾ ਨਾ ਕਰ, ਬਕਵਾਸ ਨਾ ਕਰ। ਦੇਖ ਲੈ ਨਿਰੰਜਨ ਕੀ ਚਾਹੇ ਗੁਰ ਲਾਗੀ ਮੋਕੋ। ਮਹਾਰਾਜ ਕਹਿੰਦੇ ਸਾਡੇ ਅੰਦਰ ਤਾਂ ਅਕਾਲ ਪੁਰਖ ਵਾਹਿਗੁਰੂ ਦਰਸ਼ਨਾਂ ਦੇ ਇੱਛਾ ਜਾਗੀ ਹੈ। ਨਾਹੀ ਕੇ ਤਖਤ ਬਿਨ ਮਨ ਨ ਠਹਿਰਾਤ ਤੇ ਹੈ। ਅਕਾਲ ਪੁਰਖ ਵਾਹਿਗੁਰੂ ਦਾ ਜੋ ਤਖਤ ਹੈ ਸੱਚਖੰਡ, ਤੇ ਸੱਚਖੰਡ ਤੋਂ ਬਿਨਾਂ ਸਾਡਾ ਮਨ ਕਿਤੇ ਹੋਰ ਠਹਿਰਦਾ ਨਹੀਂ। ਕੈਸੇ ਮਨ ਤੋਹੇ ਕਹੇ ਦੀਜੇ ਸਭ ਪਾਸ ਲੋਹੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹੈ ਜੋਗੀ ਜੇਕਰ ਤੇਰੇ ਕੋਲ ਕੋਈ ਬਚਨ ਬਲਾਸ ਹੈ, ਕੋਈ ਵਿਚਾਰ ਚਰਚਾ ਕਰਨੀ ਚਾਹੁੰਦਾ ਹੈ ਤੇ ਸਾਨੂੰ ਦੱਸਣਾ ਕਰ। ਸੁਣ ਕੇ ਕਲੀਫਾ ਤਬ ਬਚਨ ਕਹਾਤ ਹੈ। ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਸੁਣ ਕਰਕੇ ਕਲੀਫਾ ਜੋਗੀ ਸਤਿਗੁਰਾਂ ਤਾਈਂ ਬੋਲਦਾ ਹੈ। ਕਾਨ ਕੋ ਸਿਦਾਵ ਮੁੰਦਰਾ ਫਟਕ ਬਨਾਵ ਔਰ। ਕਹਿਣ ਲੱਗਾ ਹੈ ਗੁਰੂ ਨਾਨਕ ਆਪਣੀਆਂ ਕੰਨਾਂ ਨੂੰ ਫੜਾ ਕਰਕੇ ਇਹਦੇ ਵਿੱਚ ਮੁੰਦਰਾ ਪਾ ਲਵੋ। ਕਿੱਥਾ ਕਰ ਪਾਵ ਜੋਗ ਰੀਤ ਸਭ ਲੀਜੀਏ। ਇੱਕ ਖਿੰਥਾ ਭਾਵ ਇੱਕ ਗੋਦੜੀ, ਇੱਕ ਝੋਲੀ ਆਪਣੇ ਮੋਢੇ ਦੇ ਨਾਲ ਪਾ ਲਵੋ। ਐਸੀ ਜਿਹੜੀ ਯੋਗ ਦੀ ਮੱਤ ਹੈ ਉਹਨੂੰ ਅਪਣਾ ਲਵੋ। ਸਿੱਧਨ ਮੈਂ ਆਏ ਨਿਤ ਮਤ ਦੂਰ ਕਰੇ। ਇਹ ਜਿਹੜੀ ਸਿੱਧਾਂ ਦੀ ਮੱਤ ਹੈ ਨਾ ਉਸ ਨੂੰ ਅਪਣਾ ਲਵੋ। ਜਿਹੜੀ ਤੁਹਾਡੀ ਆਪਣੀ ਮੱਤ ਹੈ, ਆਪਣਾ ਧਰਮ, ਇਸ ਨੂੰ ਛੱਡ ਦੇਵੋ। ਭੀਖ ਮੰਗ ਮੰਗ ਖਾਏ ਤਨ ਭਸਮ ਲਗੀਜੀਏ। ਇਸ ਪ੍ਰਕਾਰ ਘਰ ਘਰ ਜਾ ਕੇ
ਕੇ ਸਾਡੇ ਵਾਂਗ ਭਿੱਖਿਆ ਮੰਗ ਕੇ ਖਾਣਾ ਕਰੋ, ਲੋਕਾਂ ਤੋਂ ਮੰਗ ਕੇ ਖਾਵੋ, ਤੇ ਸਰੀਰ ਉੱਪਰ ਆਪਣੇ ਭਸਮ ਸਵਾਹ ਮਲਣਾ ਕਰੋ ਜੀ। ਜਰਾ ਦੁਖ ਜਾਏ ਕੋਹੈ ਕਾਲ ਨਹਿ ਆਏ ਤੋਹੇ। ਜਦੋਂ ਜੋਗ ਮਤ ਅਪਣਾ ਲਵੋਗੇ ਤੇ ਬੁਢਾਪੇ ਦਾ ਜਿਹੜਾ ਦੁੱਖ ਹੈ ਇਹ ਦੂਰ ਹੋ ਜਾਵੇਗਾ। ਆਪ ਜੀਆਂ ਦੀ ਉਮਰ ਬੜੀ ਲੰਬੀ ਹੋ ਜਾਵੇਗੀ, ਜਿਹੜਾ ਮੌਤ ਦਾ ਡਰ ਆਪ ਜੀਆਂ ਨੂੰ ਨਹੀਂ ਸਤਾਵੇਗਾ। ਨਾਮ ਪ੍ਰਗਟਾਏ ਜਗ ਐਸੀ ਵਿਧ ਕੀਜੀਏ। ਤੇ ਸੰਸਾਰ ਦੇ ਵਿੱਚ ਆਪ ਜੀਆਂ ਦਾ ਬਹੁਤਾ ਜਸ ਹੋਵੇਗਾ, ਵਡਿਆਈ ਹੋਵੇਗੀ, ਐਸੀ ਮਰਿਆਦਾ ਨਿਭਾਉਣਾ ਕਰੋ। ਜੀਏ ਮੈਂ ਵਿਚਾਰ ਕਰ ਲੀਜੇ ਮਤ ਧਾਰ ਕਰ। ਇਸ ਪ੍ਰਕਾਰ ਤਿੰਨੇ ਜਾਣੇ ਹੀ ਆਪਣੇ ਹਿਰਦੇ ਅੰਦਰ ਵਿਚਾਰ ਕਰ ਲਵੋ ਤੇ ਜੋਗੀ ਬਣ ਜਾਵੋ। ਹੋਏ ਕੇ ਅਨੰਦ ਜਸ ਸੁਦਾ ਕਿਉਂ ਨਾ ਪੀਜੀਏ। ਜਦੋਂ ਜੋਗ ਅਪਣਾ ਲਵੋਗੇ ਤੇ ਸੰਸਾਰ ਉੱਪਰ ਅਮਰ ਹੋ ਜਾਵੋਗੇ, ਐਸਾ ਅੰਮ੍ਰਿਤ ਰਸ ਕਿਉਂ ਨਹੀਂ ਪੀਂਦੇ। ਮੋਹ ਮਾਨ ਚੀਰ ਕਾਨ ਮੁੰਦਰਾ ਹੈ ਗਰੀਬੀ ਗਿਆਨ। ਇਸ ਪ੍ਰਕਾਰ ਗਨੀਫੇ ਜੋਗੀ ਨੇ ਜਦੋਂ ਬਚਨ ਕੀਤੇ ਨੇ, ਸਤਿਗੁਰੂ ਜੀ ਜਵਾਬ ਦਿੰਦੇ ਨੇ। ਮਹਾਰਾਜ ਕਹਿੰਦੇ ਗਨੀਫੇ ਜੋਗੀ, ਮੋਹ ਅਤੇ ਜਿਹੜਾ ਮਾਨ ਹੈ ਨਾ, ਇਹ ਦੋ ਸਾਡੇ ਕੰਨ ਹਨ, ਇਹਨਾਂ ਨੂੰ ਪਾੜ ਕਰਕੇ ਅਸੀਂ ਗਰੀਬੀ ਅਤੇ ਗਿਆਨ ਦੀਆਂ ਮੁੰਦਰਾਂ ਪਾਈਆਂ। ਤੁਸੀਂ ਆਪਣੇ ਕੰਨ ਪੜਵਾ ਕੇ ਸਿਰਫ ਕੱਚ ਦੀਆਂ ਮੁੰਦਰਾਂ ਦੇ ਧਾਰਨੀ ਹੋ, ਅਸੀਂ ਗਰੀਬੀ ਔਰ ਗਿਆਨ ਦੀਆਂ ਮੁੰਦਰਾਂ ਆਪਣੇ ਕੰਨਾਂ ਵਿੱਚ ਪਾਈਆਂ ਨੇ। ਧਿਆਨ ਕੀ ਸਰੀਰ ਖਿੰਥਾ ਸਦਾ ਜੋ ਅਨਾਸ ਹੈ। ਤੇ ਜੋ ਪਰਮੇਸ਼ਰ ਦਾ ਧਿਆਨ ਕਰਨਾ, ਬੰਦਗੀ ਕਰਨੀ, ਐਸੀ ਝੋਲੀ ਸਾਡੇ ਮੋਢੇ ਟੰਗੀ ਹੈ। ਭਸਮ ਸੰਤੋਖ ਭੀਗ ਲੀਨੀ ਸੁਨ ਮੰਡਲ ਕੀ। ਇਸ ਪ੍ਰਕਾਰ ਅਸੀਂ ਆਪਣੇ ਸਰੀਰ ਦੇ ਉੱਪਰ ਜਿਹੜੀ ਭਸਮ ਹੈ ਨਾ, ਸਵਾਹ ਹੈ, ਉਹ ਸਬਰ ਤੇ ਸੰਤੋਖ ਦੀ ਪਾਈ ਹੋਈ। ਸਬਰ ਤੇ ਸੰਤੋਖ ਦੀ ਅਸੀਂ ਭਸਮ ਲਗਾਈ ਹੈ। ਤੇ ਜਿਹੜੀ ਭਿੱਖਿਆ ਅਸੀਂ ਦਰ ਜਾ ਕੇ ਨਹੀਂ, ਅਸੀਂ ਪਰਮੇਸ਼ਰ ਦੇ ਸਤਿਖੰਡ ਤੋਂ ਮੰਗਦੇ ਹਾਂ। ਨਾਮ ਲਿਵ ਲਾਗੀ ਜਾਮੈ ਦੇਖਿਓ ਸੁਖ ਰਸ ਹੈ। ਤੁਹਾਡੇ ਵਾਂਗ ਘਰ ਜਾ ਕੇ ਅਸੀਂ ਦਾਲਾਂ ਆਟੇ ਨਹੀਂ ਮੰਗਦੇ, ਅਸੀਂ ਤਾਂ ਪਰਮੇਸ਼ਰ ਦੇ ਦਰਵਾਜ਼ੇ ਤੇ ਖੜ ਕੇ ਇੱਕੋ ਹੀ ਭੀਖ ਮੰਗਦੇ ਹਾਂ ਕਿ ਪਰਮੇਸ਼ਰ ਨਾਮ ਦਾਨ ਗੁਰਸਿੱਖੀ ਦੀ ਦਾਤ ਬਖਸ਼ੋ ਜੀ। ਕਾਲ ਹੈ ਲਾਇਓ ਗੁਰ ਸ਼ਬਦ ਕਮਾਇਓ। ਤੇ ਜਿਹੜੇ ਕਾਲ ਮੌਤ ਦਾ ਤੂੰ ਡਰ ਦੱਸਦਾ ਹੈ, ਸਾਨੂੰ ਰਤੀ ਭਰ ਵੀ ਨਹੀਂ, ਕਿਉਂਕਿ ਅਸੀਂ ਗੁਰੂ ਦਾ ਸ਼ਬਦ ਕਮਾਇਆ ਹੈ। ਸਭ ਜਰਾ ਜੋ ਮਿਟਾਇਓ ਹਰ ਰੂਪ ਹੈ ਨਿਵਾਸ ਹੈ। ਇਸ ਪ੍ਰਕਾਰ ਬੁਢਾਪੇ ਦਾ ਸਾਨੂੰ ਰਤੀ ਭਰ ਡਰ ਨਹੀਂ, ਕਿਉਂਕਿ ਅਸੀਂ ਪਰਮੇਸ਼ਰ ਦੇ ਰੂਪ ਵਿੱਚ ਨਿਵਾਸ ਕੀਤਾ ਹੈ। ਸ੍ਰੀ ਗੁਰੂ ਉਚਾਰੀ ਸੁਣਿਓ ਸਿੱਧ ਦੰਗ ਧਾਰੀ। ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਐਸੀਆਂ ਗਿਆਨ ਦੀਆਂ ਮੰਦਰਾਂ, ਐਸੀ ਧਿਆਨ ਦੀ ਲੋਦੜੀ, ਐਸੀ ਸੰਤੋਖ ਦੀ ਸਵਾਹ ਮਲੀ ਆ ਸਿੰਘਾਂ। ਤੇ ਜੋਗੀਓ ਤੁਸੀਂ ਸਿਰਫ ਔਰ ਸਿਰਫ ਜਿਹੜਾ ਭਾਰੀ ਪਖੰਡ ਧਾਰਨ ਕੀਤਾ ਹੈ। ਭਾਰੀ ਜਾਣੇ ਕਮਾਇਓ ਜੋਗ ਐਸੋ ਹਮ ਪਾਸ ਹੈ। ਐਸਾ ਜੋਗ ਅਸੀਂ ਕਮਾਇਆ ਹੈ, ਐਸੀ ਜੋਗ ਦੀ ਜੁਗਤ ਸਾਡੇ ਕੋਲ ਹੈ। ਸਵਈਆ ਜੋ ਸੁਨ ਕਹਿ ਸੋ ਜਤ ਭਇਓ। ਸਤਿਗੁਰਾਂ ਦੇ ਬਚਨ ਸੁਣ ਕਰਕੇ ਜਿਹੜਾ ਗਨੀਫਾ ਜੋਗੀ ਵਾਪਸ ਮੁੜਿਆ ਹੈ। ਔਰ ਵਿੱਚ ਵਿਚਾਰ ਕੇ ਪੂਰਨ ਜਾਣਾ। ਤੇ ਹਿਰਦੇ ਅੰਦਰ ਜਾਂਦਾ ਹੋਇਆ ਵਿਚਾਰਾ ਕਰਦਾ ਹੈ ਕਿ ਇਹ ਤਾਂ ਪੂਰਨ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਸਿਖਰ ਮਾਰ ਚਲੋ ਗੁਰ ਜੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਹੁਣ ਆਪਾਂ ਸਿਖਰ ਤੇ ਚੱਲੀਏ, ਜਿੱਥੇ ਇਹ ਸਿੱਧ ਬੈਠੇ ਨੇ ਨਾ, ਵਾਰੀ ਵਾਰੀ ਸਾਡੇ ਕੋਲ ਆਉਂਦੇ ਨੇ, ਚਲੋ ਆਪਾਂ ਹੀ ਸਿਖਰ ਤੇ ਚੱਲ ਕੇ ਸੁਮੇਰ ਪਰਬਤ ਦੇ ਇਹਨਾਂ ਸਿੱਧਾਂ ਦਾ ਸਾਹਮਣਾ ਕਰਦੇ ਹਾਂ। ਭਾਈ ਮਰਦਾਨਾ ਜੀ ਬੇਨਤੀਆਂ ਕਰਦੇ ਨੇ, ਮਹਾਰਾਜ ਚਲੋ ਸਿਖਰ ਤੇ ਚੱਲੀਏ ਜੀ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਤਾਂ ਹੀ ਕਹਿੰਦੇ ਨੇ, ਭਾਈ ਮਰਦਾਨਾ ਜੀ ਤੇਜੀ ਕਿਸ ਗੱਲ ਦੀ ਹੈ, ਆਪਾਂ ਹੌਲੀ ਹੌਲੀ ਚੱਲਦੇ ਆਂ। ਵੇਖੋ ਇਹਨਾਂ ਥਾਵਾਂ ਦੇ ਉੱਪਰ ਬੈਠ ਕਰਕੇ ਭਗਤ ਪ੍ਰਹਿਲਾਦ, ਭਗਤ ਧਰੂਮ ਵਰਗਿਆਂ ਨੇ ਜਪ ਤਪ ਕੀਤਾ ਹੈ। ਐਸੇ ਭਗਤੀ ਵਾਲੇ ਸਥਾਨਾਂ ਦੇ ਦਰਸ਼ਨ ਕਰਦੇ ਹੌਲੀ ਹੌਲੀ ਚੱਲਦੇ ਹਾਂ। ਤੇ ਜਿਹੜੇ ਸਿੱਧਾਂ ਦੇ ਹੰਕਾਰੀ ਕੌਤਕ ਨੇ ਨਾ, ਉਹ ਬਸ ਵੇਖਣਾ ਕਰੋ। ਇਹ ਸਾਡੇ ਵੱਲ ਹੰਕਾਰ ਦੇ ਸਹਿਤ ਹੋ ਕਰਕੇ ਆਉਂਦੇ ਨੇ। ਆਇਓ ਹੈ ਹਨੀਫਾ ਅਵਲੋਕਤ
ਪ੍ਰਕਾਰ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਸਮਝਾ ਰਹੇ ਸਨ। ਇੰਨੇ ਕੁ ਸਮੇਂ ਨੂੰ ਇੱਕ ਹੋਰ ਜੋਗੀ ਸੰਗਤ ਜੀ ਆਇਆ ਹੈ। ਜੋ ਪਹਿਲਾਂ ਆਇਆ ਸੀ ਉਸ ਦਾ ਨਾਮ ਖਲੀਫਾ ਸੀ, ਜਿਹੜਾ ਦੂਸਰਾ ਆਇਆ ਹੈ ਇਸ ਦਾ ਨਾਮ ਹਨੀਫਾ ਹੈ। ਕਾਲ ਹੈ ਆਦੇਸ਼ ਸੁਨ ਸ੍ਰੀ ਗੁਰੂ ਭਗਤ ਹੈ। ਹਨੀਫਾ ਜੋਗੀ ਆ ਕਰਕੇ ਸਤਿਗੁਰਾਂ ਤਾਈਂ ਬਚਨ ਕਰਦਾ ਹੈ, ਹੇ ਬਾਲਕ ਹੈ ਬੱਚੇ ਤੁਹਾਨੂੰ ਨਮਸਕਾਰ ਹੈ। ਆਦੇਸ਼ ਏਕੰਕਾਰ ਕੋ ਖਲੀਫਾ ਆਓ ਬੈਸ। ਤੇ ਮਹਾਰਾਜ ਕਹਿੰਦੇ ਨਮਸਕਾਰ ਜੋਗੀ ਜੀ ਜਿਹੜੀ ਪਰਮੇਸ਼ਰ ਨੂੰ ਕਰੀਦੀ ਹੈ, ਆਓ ਹਨੀਫਾ ਜੋਗੀ ਸਾਡੇ ਕੋਲ ਬੈਠਣਾ ਕਰੋ। ਸਮਾਧਿ ਸੁਨ ਸੋਊ ਗਤੀ ਮਨ ਮੈਂ ਬਿਨਤ ਹੈ। ਆਪਣਾ ਨਾਮ ਸਤਿਗੁਰਾਂ ਦੇ ਮੁਖੋਂ ਸੁਣ ਕਰਕੇ ਬੜਾ ਹੈਰਾਨ ਹੋਇਆ ਹੈ, ਮਨ ਦੇ ਅੰਦਰ ਗਿਣਤੀਆਂ ਮਿਣਤੀਆਂ ਜੀਆਂ ਕਰਦਾ ਹੈ। ਪੂਜਿਤ ਭਾ ਪੂਰਬ ਕੀ ਮੇਲ ਮੇਰੋ ਤੇਰੋ ਭਇਓ। ਤੇ ਪੁੱਛਣ ਲੱਗਾ ਹੈ, ਹੇ ਗੁਰੂ ਨਾਨਕ ਤੇਰੇ ਨਾਲ ਤਾਂ ਮੈਂ ਪਹਿਲੀ ਵਾਰ ਮਿਲਿਆ ਹਾਂ, ਆਪਣਾ ਪਹਿਲੀ ਵਾਰ ਮੇਲ ਹੋਇਆ ਹੈ। ਨਾਮ ਜੋ ਖਲੀਫਾ ਆਗੇ ਕੈਸੇ ਹੈ ਜਨਤ ਤੇ ਹੈ। ਤੁਸੀਂ ਮੈਨੂੰ ਹਨੀਫਾ ਕਹਿ ਕੇ ਬੁਲਾਇਆ ਹੈ, ਮੇਰਾ ਨਾਮ ਤੁਸੀਂ ਮੇਰੇ ਦੱਸਣ ਤੋਂ ਪਹਿਲਾਂ ਕਿਵੇਂ ਜਾਣਦੇ ਹੋ? ਕਾਹੂ ਨੇ ਬਤਾਇਓ ਕਹਿ ਤੋ ਤੀਨ ਕਾਲ ਗਿਆਤਾ ਤੁਮੈ। ਕਿਹਨੇ ਤੈਨੂੰ ਮੇਰਾ ਨਾਮ ਦੱਸਿਆ ਹੈ, ਜਾਂ ਤੁਸੀਂ ਤਿੰਨਾਂ ਲੋਕਾਂ ਦੇ ਗਿਆਤਾ ਹੋ, ਆਪ ਜੀ ਸੰਸਾਰ ਦੇ ਮਾਲਕ ਹੋ? ਪਾਇਓ ਹੈ ਸੰਦੇਹ ਮੇਰੇ ਕਹਿਓ ਸੋ ਬਣਤ ਹੈ। ਇਹ ਮੇਰੇ ਮਨ ਅੰਦਰ ਸ਼ੰਕਾ ਪੈਦਾ ਹੋਇਆ ਹੈ ਤੇ ਮੇਰਾ ਪੁੱਛਣਾ ਬਣਦਾ ਹੈ, ਮੇਰਾ ਸ਼ੰਕਾ ਦੂਰ ਕਰੋ, ਤੁਸੀਂ ਮੇਰਾ ਨਾਮ ਕਿਵੇਂ ਜਾਣਦੇ ਹੋ? ਦੋਹਰਾ ਸ੍ਰੀ ਗੁਰ ਬੋਲੇ ਬਚਨ ਪਉਨ। ਇਸ ਪ੍ਰਕਾਰ ਹਨੀਫੇ ਜੋਗੀ ਦੇ ਬਚਨ ਸੁਣ ਕੇ ਸਤਿਗੁਰੂ ਜੀ ਬੋਲਣ। ਸੁਣੋ ਆਪਣੀ ਬਾਤ। ਮਹਾਰਾਜ ਕਹਿੰਦੇ ਹਨੀਫੇ ਜੋਗੀ ਆਪਣੀ ਕਥਾ ਆਪਣਾ ਪ੍ਰਸੰਗ ਸੁਣੋ। ਕੰਕ ਕਰਨ ਤਬ ਪਿਤਾ ਕੋ। ਜਿਹੜਾ ਤੇਰਾ ਪਿਤਾ ਸੀ ਨਾ ਉਹਦਾ ਨਾਮ ਕੰਕ ਕਰਨ ਸੀ। ਨਾਮ ਤੋਂ ਬਖਿਆਤ। ਤੇ ਸੰਸਾਰ ਦੇ ਵਿੱਚ ਉਹ ਰਾਜਾ ਸੀ, ਉਹਦਾ ਨਾਮ ਬੜਾ ਚੱਲਦਾ ਸੀ। ਨਗਰ ਸੀਲਪੁਰ ਕੇ ਤੇ ਵਿਖੇ। ਸੀਲਪੁਰ ਤੇਰਾ ਨਗਰ ਸੀ ਜਿੱਥੋਂ ਦਾ ਤੂੰ ਰਹਿਣ ਵਾਲਾ ਹੈ। ਕੰਕੇ ਰਾਜ ਵਿਸਾਲ। ਤੇ ਤੂੰ ਆਪਣੇ ਪਰਿਵਾਰ ਦੇ ਨਾਲ ਬੜਾ ਸੁੰਦਰ ਰਾਜ ਭਾਗ ਮਾਣਦਾ ਸੀ। ਬੀਤੀ ਔਦ ਤਬ ਪਿਤਾ ਕੀ। ਤੇਰੇ ਪਿਤਾ ਦੀ ਜਦੋਂ ਬਹੁਤੀ ਉਮਰ ਹੋ ਚੁੱਕੀ ਸੀ, ਪਇਓ ਕਾਲ ਕੇ ਜਾਲ। ਉਹਨੂੰ ਕਾਲ ਮੌਤ ਦਾ ਜਾਲ ਪਿਆ, ਭਾਵ ਉਹਦੀ ਮੌਤ ਹੋ ਗਈ ਸੀ। ਕਪਿਤ ਬਰਖ ਸਖਤ ਸਬੈਸ ਮੁਕਤੀ ਤੇਰੀ ਤਬਤਾ ਕੇ। ਇਸ ਪ੍ਰਕਾਰ ਜਦੋਂ ਤੇਰੇ ਪਿਤਾ ਦੀ ਮੌਤ ਹੋਈ ਹਨੀਫਾ, ਉਸ ਸਮੇਂ ਤੇਰੀ ਉਮਰ ਸਿਰਫ 17 ਸਾਲ ਸੀ। ਤਾਕੇ ਪਾਛੇ ਦੇਸ ਰਾਜ ਕੋਸ ਸਭ ਲਿਓ ਤੇ ਹੈ। ਤੇਰੇ ਪਿਤਾ ਦੀ ਮੌਤ ਤੋਂ ਬਾਅਦ ਸਾਰਾ ਰਾਜ ਭਾਗ ਤੂੰ ਸਾਂਭਿਆ ਸੀ ਤੇ ਰਾਜਾ ਬਣਿਆ ਸੀ। ਇੱਕ ਦਿਨ ਮਾਹਿਤੈ ਅਰੂਟ ਭਇਓ ਬਾਜ ਪਰ। ਇੱਕ ਦਿਨ ਤੂੰ ਆਪਣੀ ਇੱਛਾ ਅਨੁਸਾਰ ਘੋੜੇ ਤੇ ਸਵਾਰ ਹੋਇਆ ਤੇ ਬਣ ਜੰਗਲਾਂ ਵੱਲ ਗਿਆ ਹੈ। ਮਨ ਕੇ ਹੁਲਾਸ ਸੋ ਅਖੀਰ ਬ੍ਰਿਤ ਗਇਓ ਤੇ ਹੈ। ਤੇਰੇ ਮਨ ਦੇ ਅੰਦਰ ਸ਼ਿਕਾਰ ਖੇਡਣ ਦਾ ਚਾਅ ਪੈਦਾ ਹੋਇਆ ਹੈ, ਸ਼ਿਕਾਰ ਖੇਡਣ ਵਾਸਤੇ ਗਿਆ ਸੀ। ਮਨ ਮੈਂ ਵਿਚਾਰ ਬਹੁ ਜੀਵਨ ਕੋ ਘੇਰ ਕਰ। ਤੇ ਜੰਗਲ ਦੇ ਵਿੱਚ ਜਾ ਕੇ ਬਹੁਤਿਆਂ ਜੀਵ ਜੰਤੂਆਂ ਨੂੰ ਘੇਰ ਘੇਰ ਕੇ ਸ਼ੁਕਰ ਬਿਰਹੰਗ ਮ੍ਰਿਗ ਘਾਤ ਤੈਨੇ ਕਇਓ ਹੈ। ਬਹੁਤਾ ਸ਼ਿਕਾਰ ਖੇਡਿਆ, ਕਦੇ ਜੰਗਲੀ ਸੂਰ ਮਾਰੇ, ਕਦੇ ਹਿਰਨ ਮਾਰੇ, ਕਦੇ ਉੜਦੇ ਪੰਛੀ ਥੱਲੇ ਸੁੱਟ ਲਏ ਤੋਂ। ਹਟਿਓ ਜਬ ਧਾਮ ਔਰ ਗੋਰਖ ਮਿਲਾਪ ਕੀਨੋ। ਇਸ ਪ੍ਰਕਾਰ ਜਦੋਂ ਸ਼ਿਕਾਰ ਖੇਡ ਕੇ ਮਰੇ ਹੋਏ ਜਾਨਵਰ ਘੋੜੇ ਦੇ ਨਾਲ ਟੰਗ ਕੇ ਜਦੋਂ ਤੂੰ ਵਾਪਸ ਘਰ ਨੂੰ ਆਉਂਦਾ ਸੀ ਨਾ, ਤੇ ਰਸਤੇ ਵਿੱਚ ਤੇਰਾ ਗੋਰਖਨਾਥ ਨਾਲ ਮੇਲ ਹੋਇਆ ਸੀ। ਅਨੇ ਜੀਵ ਦੇਖ ਤਿਨ ਬਚਨ ਸੁਨਾਇਓ ਤੇ ਹੈ। ਤੇਰੇ ਘੋੜੇ ਦੇ ਮਗਰ ਟੰਗੇ ਹੋਏ ਮਰੇ ਹੋਏ ਜਾਨਵਰ ਵੇਖ ਕੇ ਗੋਰਖਨਾਥ ਨੇ ਤੇਰੇ ਨਾਲ ਬਚਨ ਵਿਲਾਸ ਕੀਤੇ ਸਨ। ਸਵਈਆ ਹੈਮਨ ਤੇਰੋ ਬਹੀਨ ਦਇਆ। ਗੋਰਖਨਾਥ ਨੇ ਤੈਨੂੰ ਕਹਿਣਾ ਕੀਤਾ ਸੀ ਕਿ ਜਿਹੜਾ ਤੇਰਾ ਰਾਜੇ ਦਿਲ ਹੈ ਨਾ, ਇਹ ਦਇਆ ਤੋਂ ਰਹਿਤ ਹੈ, ਤੂੰ ਬਹੁਤਾ ਨਿਰਦਈ ਹੈ। ਮਨ ਜੀਵ ਖਾਨੇ ਰਸਨਾ ਹਿਤ ਸਾਧੂ। ਤੇ ਜੀਵ ਦੇ ਸਵਾਦ ਵਾਸਤੇ ਵੇਖ ਤੂੰ ਕਿੰਨੇ ਜੀਵ ਜੰਤੂ ਪੰਛੀ ਮਾਰ ਲਏ ਨੇ। ਤੈਸੇ ਹਨੇ ਤੁਮਰੇ ਤਨ ਕੋ ਇਹ। ਤੇ ਯਾਦ ਰੱਖੀ ਜਿਵੇਂ ਤੂੰ ਇਹਨਾਂ ਨੂੰ ਮਾਰ ਮਾਰ ਖਾਣਾ ਹੈ ਨਾ,
ਤੇ ਇੱਕ ਦਿਨ ਜਦੋਂ ਤੂੰ ਇਹਨਾਂ ਦੀ ਜੂਨ ਵਿੱਚ ਪਾਵੇਂਗਾ, ਇਹ ਤੇਰੇ ਤੋਂ ਬਦਲਾ ਲੈਣਗੇ, ਤੈਨੂੰ ਮਾਰ ਮਾਰ ਇਹ ਵੀ ਖਾਣਗੇ। ਤੇ ਕਿਉਂ ਜੀਵ ਦੇ ਸਵਾਦ ਵਾਸਤੇ ਆਪਣਾ ਜੀਵਨ ਵਿਅਰਥ ਗਵਾਉਂਦਾ ਹੈ। ਇਸ ਪ੍ਰਕਾਰ ਜਦੋਂ ਗੋਰਖਨਾਥ ਦੇ ਤੂੰ ਬਚਨ ਸੁਣੇ ਤੇ ਮਨ ਦੇ ਅੰਦਰ ਵਿਚਾਰ ਕੀਤੀ, ਮੌਤ ਦੇ ਡਰ ਤੋਂ ਡਰਦੇ ਹੋਏ ਨੇ ਤੂੰ ਗੋਰਖਨਾਥ ਕੋਲ ਬੇਨਤੀਆਂ ਕੀਤੀਆਂ ਸੀ। ਤੇ ਘੋੜੇ ਤੋਂ ਉਤਰ ਕੇ ਤੂੰ ਗੋਰਖਨਾਥ ਦੇ ਪੈਰ ਫੜ ਲੈ ਸਾਨਾ। ਤੇ ਤੂੰ ਉਹ ਤੋਂ ਕਿਰਪਾ ਦੀ ਇੱਛਾ ਰੱਖੀ ਸੀ, ਉਹਦੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਸੀ। ਨਾਥ ਕੀਤੇ ਦਇਆ ਜਗ ਰਹਿ ਥਿਰਕਾਇਆ। ਪੈਰ ਫੜ ਕੇ ਗੋਰਖਨਾਥ ਨੇ ਕਿਹਾ ਸੀ ਕਿ ਮੇਰੇ ਉੱਪਰ ਦਇਆ ਕਰੋ, ਕਿਰਪਾ ਕਰੋ। ਸੁਣ ਗੋਰਖ ਅਲਾਇਆ ਜਿਤ ਜੋਗ ਕੋ ਕਮਾਵਾਈ। ਤੇ ਗੋਰਖਨਾਥ ਨੇ ਕਿਹਾ ਸੀ ਜੇਕਰ ਇਹਨਾਂ ਜੂਨਾਂ ਤੋਂ ਬਚਣਾ ਚਾਹਣਾ ਹੈ, ਮੌਤ ਤੋਂ ਬਚਣਾ ਚਾਹਣਾ ਹੈ ਨਾ, ਤੇ ਆਪਣੇ ਰਾਜ ਭਾਗ ਨੂੰ ਛੱਡ ਕੇ ਜੋਗ ਮਤ ਆਪਣਾ, ਜੋਗੀ ਬਣ ਜਾਵੋ। ਇਸ ਪ੍ਰਕਾਰ ਆਪਣਾ ਜਿਹੜਾ ਸਿਰ ਹੈ ਇਸ ਨੂੰ ਮਨਾ ਦੇ, ਤੇ ਜਿਹੜੀ ਆਪਣੀ ਉੱਚੀ ਜਾਤ ਗੋਤ ਦਾ ਹੰਕਾਰ ਹੈ, ਸ਼ਰਮ ਹੈ, ਇਸ ਨੂੰ ਛੱਡ ਦੇ ਇਸ ਪ੍ਰਕਾਰ ਜੋਗ ਮਤ ਨੂੰ ਅਪਣਾ ਲਵੇਗਾ ਤੇ ਉਮਰ ਲੰਬੀ ਹੋ ਜਾਵੇਗੀ, ਮੌਤ ਨਹੀਂ ਆਵੇਗੀ, ਨਹੀਂ ਤਾਂ ਤੈਨੂੰ ਮੌਤ ਆਉਣੀ ਹੀ ਹੈ। ਇਸ ਪ੍ਰਕਾਰ ਗੋਰਖਨਾਥ ਦੇ ਬਚਨ ਸੁਣਨ ਸਾਰ ਮੌਤ ਤੋਂ ਡਰਦੇ ਹੋਏ ਨੇ ਆਪਣੇ ਸਿਰ ਤੋਂ ਪੱਗ ਲਾਹੀ ਸੀ ਤੇ ਗੋਰਖਨਾਥ ਨੂੰ ਕਿਹਾ ਸੀ ਮੇਰਾ ਸਿਰ ਮੁੰਨ ਦੇਵੋ ਪਰ ਮੌਤੋਂ ਬਚਾ ਲਵੋ। ਬੜੇ ਸੁੰਦਰ ਤਰੀਕੇ ਦੇ ਨਾਲ ਬੜਾ ਸਵਾਰ ਕੇ ਗੋਰਖਨਾਥ ਨੇ ਤੇਰਾ ਸਿਰ ਮੁੰਨਿਆ ਸੀ। ਕੰਨਾਂ ਨੂੰ ਪਾੜ ਕਰਕੇ ਕੰਨਾਂ ਵਿੱਚ ਮੁੰਦਰਾਂ ਪਾ ਦਿੱਤੀਆਂ ਸਨ। ਉਦੋਂ ਦਾ ਤੂੰ ਜੋਗੀ ਬਣਿਆ ਹੈ ਤੇ ਉਦੋਂ ਦਾ ਸਰੀਰ ਉੱਪਰ ਸਵਾਹ ਮਲਦਾ ਹੈ। ਸੁਣ ਕਰਕੇ ਸਤਿਗੁਰਾਂ ਦੇ ਮੁਖੋਂ ਆਪਣਾ ਸਾਰਾ ਪ੍ਰਸੰਗ ਬੀਤਿਆ ਸਮਾਂ ਕਨੀ ਹਨੀਫੇ ਨਾਮ ਦਾ ਜੋਗੀ ਬੜਾ ਹੈਰਾਨ ਹੋਇਆ ਹੈ। ਜਦੋਂ ਗੁਰੂ ਨਾਨਕ ਦੇਵ ਜੀਆਂ ਨੇ ਸਾਰਾ ਪ੍ਰਸੰਗ ਉਹਦੇ ਜੀਵਨ ਦਾ ਦੱਸਿਆ ਹੈ। ਸਾਰਾ ਭਰਮ ਸਾਰੇ ਸ਼ੰਕੇ ਹਿਰਦੇ ਤੋਂ ਦੂਰ ਹੋਏ ਨੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਪੂਰਨ ਪਰਮੇਸ਼ਰ ਜਾਣਿਆ ਹੈ ਤੇ ਆਪਣੀ ਦੇਹੀ ਸਫਲ ਜਾਣੀ ਹੈ ਤੇ ਮਨ ਅੰਦਰ ਜਾਣਿਆ ਹੈ ਕਿ ਜਗਤ ਦੇ ਈਸ਼ਵਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੋਏ ਨੇ ਤੇ ਹੋਰ ਸਤਿਗੁਰਾਂ ਤੋਂ ਜਾਣਕਾਰੀ ਲੈਣ ਵਾਸਤੇ ਤੇ ਹਨੀਫੇ ਜੋਗੀ ਨੇ ਇੱਕ ਹੋਰ ਸਵਾਲ ਕੀਤਾ ਹੈ। ਕਹਿਣ ਲੱਗਾ ਮਹਾਰਾਜ ਮੈਨੂੰ ਦੱਸਣਾ ਕਰੋ ਉਹ ਕਿਹੜੀ ਜਗ੍ਹਾ ਸੀ ਜਿਸ ਜਗ੍ਹਾ ਉੱਪਰ ਮੇਰਾ ਸਿਰ ਮੁੰਨਿਆ ਸੀ। ਜੇਕਰ ਤੁਸੀਂ ਮੈਨੂੰ ਉਹ ਜਗ੍ਹਾ ਦੱਸ ਦੇਵੋ ਫਿਰ ਮੈਂ ਆਪ ਜੀਆਂ ਨੂੰ ਪੂਰਨ ਅਵਤਾਰ ਜਾਣ ਲਵਾਂਗਾ। ਮੈਂ ਜਾਣ ਲਵਾਂਗਾ ਕਿ ਆਪ ਸ੍ਰਿਸ਼ਟੀ ਨੂੰ ਇਸ ਦੁਨੀਆ ਸੰਸਾਰ ਨੂੰ ਤਾਰਨ ਆਏ ਹੋ। ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਬੋਲੇ ਨੇ ਕਿ ਹਨੀਫੇ ਜੋਗੀ ਲੁੰਡੇ ਪਿੱਪਲ ਦੇ ਥੱਲੇ ਬੈਠ ਕੇ ਤੇਰਾ ਸਿਰ ਮੁੰਨਿਆ ਸੀ। ਲੁੰਡੇ ਤੋਂ ਭਾਵ ਜਿਵੇਂ ਬੱਕਰੀਆਂ ਚਾਰਨ ਵਾਲੇ ਸੰਗਤ ਜੀ ਬੋੜ ਪਿੱਪਲਾਂ ਨੂੰ ਛਾਂਗ ਲੈਂਦੇ ਨੇ ਨਾ ਆਪਣੀ ਉਸ ਹਥਿਆਰ ਦੇ ਨਾਲ, ਤੇ ਇਸੇ ਪ੍ਰਕਾਰ ਸਤਿਗੁਰੂ ਜੀ ਦੱਸ ਰਹੇ ਨੇ ਕਿ ਜਿਸ ਪਿੱਪਲ ਦੇ ਥੱਲੇ ਬੈਠ ਕੇ ਗੋਰਖਨਾਥ ਨੇ ਤੈਨੂੰ ਛਾਂਗਿਆ ਸੀ ਨਾ, ਉਹ ਵੀ ਪਿੱਪਲ ਪਹਿਲਾਂ ਛਾਂਗਿਆ ਹੋਇਆ ਸੀ, ਭਾਵ ਉਹਦੀ ਛੰਗਾਈ ਹੋਈ ਸੀ।
ਲਾਇਕ ਉਸ ਪਿੱਪਲ ਥੱਲੇ ਬੈਠ ਕੇ ਤੇਰਾ ਸਿਰ ਮੁੰਨਿਆ ਸੀ ਤੇ ਤੈਨੂੰ ਜੋਗੀਆਂ ਵਿੱਚ ਰਲਾਇਆ ਸੀ। ਪ੍ਰਗਾਤ ਦੇਸ ਕੋਸਦਾ ਸੀ ਦਾਸ ਸਤ ਨਾਰੀ ਸੈਨ ਮਹਾਰਾਜ ਕਹਿਣ ਲੱਗੇ ਭਲਿਆ ਦੇਖ ਤੇਰੇ ਕੋਲ ਕਿੰਨਾ ਕੁਛ ਪਰਮੇਸ਼ਰ ਨੇ ਬਖਸ਼ਿਆ ਸੀ। ਰਾਜ ਸੀ, ਤੇਰਾ ਆਪਣਾ ਦੇਸ਼ ਸੀ, ਤੇਰੇ ਆਪਣੇ ਖਜ਼ਾਨੇ ਸੀਗੇ, ਤੇਰੇ ਆਪਣੇ ਨੌਕਰ ਚਾਕਰ ਸੀਗੇ, ਤੇਰੇ ਧੀ ਪੁੱਤਰ ਸੀ, ਤੇਰੇ ਘਰ ਵਾਲੇ, ਤੇਰੀ ਸੈਨਾ ਤੇਰੇ ਕੋਲ ਸੀ। ਚੋਰ ਦਿਨੀ ਸੌਦ ਨਹਲੀਨੀ ਸੁਧ ਜਾਇਕ ਕਿ ਤੂੰ ਜੋਗੀ ਬਣ ਕੇ ਗੋਰਖਨਾਥ ਦੇ ਪਿੱਛੇ ਲੱਗਿਆ, ਆਪਣੀ ਸਾਰੀ ਗਰੋਸਰੀ ਸਾਰੀ ਸਮਗਰੀ ਛੱਡ ਦਿੱਤੀ ਤੇ ਮੁੜ ਕੇ ਜਾ ਕੇ ਖਬਰ ਆਪਣੇ ਘਰ ਦੀ ਕਦੇ ਨਹੀਂ ਲਈ। ਐਸੇ ਸੁਣ ਬੈਨ ਬਨ ਐਨ ਕੇ ਵੀ ਚੈਨ ਮਨ ਅਨੀਲੇ ਜੋਗੀ ਨੇ ਜਦੋਂ ਸਾਰਾ ਕਰਤਾਂਤ ਸਤਿਗੁਰਾਂ ਦੇ ਮੁਖੋਂ ਸੁਣਿਆ, ਸੁਣ ਕਰਕੇ ਹੈਰਾਨ ਹੋਇਆ, ਹਿਰਦੇ ਨੂੰ ਚੈਨ ਆਇਆ ਹੈ। ਬੰਦੇ ਕਤ ਤੈਨ ਪਦ ਦੋਨੋਂ ਸੀਸ ਨਾਇਕ ਤੇ ਸਤਿਗੁਰਾਂ ਤਾਈਂ ਹੱਥ ਜੋੜ ਲਏ ਨੇ, ਸਤਿਗੁਰਾਂ ਦੇ ਚਰਨਾਂ ਦੇ ਉੱਪਰ ਮੱਥਾ ਰੱਖਿਆ ਹੈ। ਕੀਨ ਨਿਤ ਜਾਨ ਕਿਨੋ ਮੇਰ ਕੋ ਪਿਆਨ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨਾਂ ਦੀ ਧੂੜ ਬਰਾਬਰ ਜਾਣਿਆ ਹੈ, ਸਤਿਗੁਰਾਂ ਤੋਂ ਨੀਵਾਂ ਜਾਣ ਕੇ ਸੀਰ ਝੁਕਾਇਆ ਹੈ ਤੇ ਸਮੇਰ ਪਰਬਤ ਵੱਲ ਵਾਪਸ ਮੁੜਿਆ ਹੈ। ਨੀਕੇ ਬਚਨ ਬਖਾਨ ਗਇਓ ਹਿਰਦੇ ਸੁਖ ਪਾਇਕ ਇਸ ਪ੍ਰਕਾਰ ਸਤਿਗੁਰਾਂ ਦੇ ਸੁੰਦਰ ਬਚਨ ਸੁਣ ਕਰਕੇ ਆਪਣੇ ਹਿਰਦੇ ਅੰਦਰ ਸੁਖ ਪਾ ਕੇ ਸੰਗਤ ਜੀ ਹਨੀਫਾ ਜੋਗੀ ਵਾਪਸ ਗਿਆ ਹੈ। ਗੋਰਖ ਕੇਟ ਜਾਇਕ ਤੇ ਗੋਰਖਨਾਥ ਆਪਣੇ ਗੁਰੂ ਦੇ ਕੋਲ ਜਾ ਕਰਕੇ ਉਸਤਤ ਕੀਨ ਬਖਾਨ ਗੁਰੂ ਨਾਨਕ ਦੀ ਉਸਤਤੀ ਵਡਿਆਈ ਦੇ ਬਚਨ ਕਹਿਣ ਲੱਗਾ ਹੈ ਕਲਾ ਬਾਣ ਸਰ ਬਖਸੋ ਕਿ ਜਿਸ ਦੇ ਨਾਲ ਤੁਸੀਂ ਵਿਚਾਰ ਚਰਚਾ ਕਰਨ ਵਾਸਤੇ ਭੇਜਦੇ ਹੋ ਨਾ, ਉਹ ਤਾਂ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਉਹ ਪੂਰਨ ਪਰਮੇਸ਼ਰ ਹੈ, ਸਰਬ ਕਲਾ ਸਮਰੱਥ ਹੈ। ਮਹਿਮਾ ਜਾਹੇ ਮਹਾਨ ਤੇ ਉਹਦੀ ਜਿਹੜੀ ਮਹਿਮਾ ਉਹ ਬੜੀ ਮਹਾਨ ਹੈ, ਸਾਡਾ ਉਹਦੇ ਨਾਲ ਕੋਈ ਮੇਲ ਨਹੀਂ। ਅੰਗ ਪੈਤ ਗੋਰਖ ਬਲਾਇ ਸਿੱਧ ਭੂਤ ਵੇ ਸੁਨਾਏ ਕਹਿਓ ਤੇ ਗੋਰਖਨਾਥ ਨੇ ਗੁੱਸੇ ਦੇ ਵਿੱਚ ਆ ਕਰਕੇ ਇੱਕ ਬੜਾ ਭਿਆਨਕ ਬੜਾ ਹੰਕਾਰੀ ਸਿੱਧ ਜਿਹਦਾ ਨਾਮ ਭੂਤ ਵੇ ਹੈ, ਉਸ ਜੋਗੀ ਨੂੰ ਆਪਣੇ ਕੋਲ ਸੱਦਿਆ ਹੈ। ਨਾਕੋ ਸਮਝਾਏ ਉਪਦੇਸ਼ ਦੇਹੋ ਜਾਈਏ ਤੇ ਉਹਨੇ ਗੋਰਖਨਾਥ ਨੇ ਕੋਲ ਆਪਣੇ ਜੋਗੀ ਨੂੰ ਸੱਦਿਆ ਹੈ ਤੇ ਕਹਿਣਾ ਕੀਤਾ ਹੈ ਕਿ ਤੂੰ ਜਾ ਕੇ ਗੁਰੂ ਨਾਨਕ ਨਾਲ ਵਿਚਾਰ ਚਰਚਾ ਕਰੋ। ਆਵਾ ਸਮਝਾਏ ਗੁਰੂ ਨਾਨਕ ਸਹਾਇਕ ਹੈ। ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਗੋਰਖਨਾਥ ਦਾ ਹੁਕਮ ਸੁਣ ਕਰਕੇ ਭੂਤਵੇ ਜੋਗੀ ਸਾਡੇ ਵੱਲ ਆਇਆ ਹੈ, ਜਿੱਥੇ ਸੁੱਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਸੋਭਾ ਪਾ ਰਹੇ, ਜਿੱਥੇ ਮਹਾਰਾਜ ਵਿਰਾਜੇ ਹੋਏ ਨੇ। ਵਾਰੀ ਵਾਰੀ ਇਹ ਜੋਗੀ ਸਤਿਗੁਰਾਂ ਦੇ ਨਾਲ ਵਿਚਾਰ ਚਰਚਾ ਕਰਨ ਵਾਸਤੇ ਆਉਂਦੇ ਨੇ। ਮਹਾਰਾਜ ਐਸਾ ਉਪਦੇਸ਼ ਦੇ ਕਰਕੇ ਠੰਡੇ ਕਰਕੇ ਤੋਰਦੇ ਨੇ। ਸਾਰਿਆਂ ਦੀ ਮਹਾਰਾਜ ਅਗਲੀ ਪਿਛਲੀ ਸਾਰੀ ਕਹਾਣੀ ਜਾਣਦੇ ਨੇ। ਇਹ ਸਤਿਗੁਰਾਂ ਦੇ ਨਾਲ ਕਿਵੇਂ ਵਿਚਾਰ ਚਰਚਾ ਕਰ ਲੈਣ, ਕਿਉਂਕਿ ਜਿਹੜੇ ਜੋਗੀ ਸਿੱਧ ਨੇ ਅਧੂਰੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰੇ ਨੇ ਤੇ ਅਧੂਰੇ ਕਦੇ ਵੀ ਪੂਰਿਆਂ ਦੇ ਨਾਲ ਮੇਲ ਨਹੀਂ ਖਾ ਸਕਦੇ। ਇਹਨਾਂ ਦੀ ਹਾਲਤ ਉਸ ਮੱਛੀ ਵਰਗੀ ਆ ਜਿਹੜੀ ਸਮੁੰਦਰ ਦੇ ਵਿੱਚ ਰਹਿ ਕੇ ਉਹਦਾ ਆਨੰਦ ਤਾਂ ਮਾਣ ਸਕਦੀ ਹੈ, ਪਰ ਸੰਗਤ ਜੀ ਸਮੁੰਦਰ ਦਾ ਅਥਾਹ ਗਿਆਨ, ਜਿਹੜੀ ਸਮੁੰਦਰ ਦੀ ਡੂੰਘਾਈ ਹੈ, ਉਹ ਨਹੀਂ ਨਾਪ ਸਕਦੀ। ਇਹਨਾਂ ਦੀ ਔਕਾਤ ਅਸਮਾਨ ਵਿੱਚ ਉੱਡਦੀ ਇੱਕ ਚਿੜੀ ਵਰਗੀ ਹੈ। ਅਸਮਾਨ ਵਿੱਚ ਉੱਡ ਕਰਕੇ ਇਹ ਆਨੰਦ ਤਾਂ ਮਾਣ ਸਕਦੇ ਨੇ, ਠੰਡੀਆਂ ਹਵਾਵਾਂ ਦਾ ਆਨੰਦ ਤਾਂ ਲੈ ਸਕਦੇ ਨੇ, ਪਰ ਹੁਣ ਜੇ ਚਿੜੀ ਚਾਹੇ ਕਿ ਮੈਂ ਅਸਮਾਨ ਦੀ ਦੂਰੀ ਚੜਾਈ ਜਾਂ ਲੰਬਾਈ ਨਾਪ ਲਵਾਂਗੀ, ਇਹ ਉਹਦੀ ਔਕਾਤ ਨਹੀਂ। ਇਹਨਾਂ ਜੋਗੀਆਂ ਦੀ ਔਕਾਤ ਇੱਕ ਕੀੜੀ ਵਰਗੀ ਹੈ ਤੇ ਗੁਰੂ ਨਾਨਕ ਦੇਵ ਜੀ ਮਿਸ਼ਰੀ ਦੇ ਪਹਾੜ ਵਰਗੇ ਨੇ। ਮਹਾਰਾਜ ਕੀੜੀ ਮਿਸ਼ਰੀ ਦੇ ਪਹਾੜ ਨੂੰ ਚੱਕ ਕਰਕੇ ਖਾ ਕਰਕੇ ਆਨੰਦ ਤਾਂ ਲੈ ਸਕਦੀ ਹੈ, ਪਰ ਕੀੜੀ ਚਾਹੇ ਕਿ ਮੈਂ ਪਹਾੜ ਨਾਲ ਮੱਥਾ ਲਾਵਾਂ, ਇਹਨੂੰ ਚੁੱਕ ਕੇ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਲੈ ਜਾਵਾਂ, ਇਹ ਹੋ ਨਹੀਂ ਸਕਦਾ। ਐਸੇ ਧੰਨ ਗੁਰੂ ਨਾਨਕ ਦੇਵ ਜੀਆਂ ਦੀ ਵਡਿਆਈ ਹੈ ਜੋ ਸਿੱਧਾਂ ਦੇ ਨਾਲ ਆਪਣੀ ਤੀਜੀ ਉਦਾਸੀ ਦੇ ਸਮੇਂ ਵਿਚਾਰ ਚਰਚਾ ਕਰ ਰਹੇ ਨੇ। ਇੱਥੋਂ ਤੱਕ ਅੱਜ ਦੀ ਸੰਗਤ ਦੀ ਕਥਾ ਵਿਚਾਰ ਆਈ ਹੈ, ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਅੱਗੇ ਕਿਵੇਂ ਸਤਿਗੁਰੂ ਜੀ ਵਿਚਾਰ ਚਰਚਾ ਕਰਨਗੇ ਕੱਲ੍ਹ ਦੀਆਂ ਦੀਵਾਨਾਂ ਦੇ ਵਿੱਚ ਸ਼ਰਵਣ ਕਰਾਂਗੇ। ਸੰਗਤਾਂ ਨੂੰ ਬੇਨਤੀ ਹੈ ਹਰ ਰੋਜ਼ 1 ਘੰਟੇ ਦਾ ਸਮਾਂ ਆਪਣੇ ਜੀਵਨ ਵਿੱਚੋਂ, ਆਪਣੇ ਇੱਕ ਦਿਨ ਵਿੱਚੋਂ
ਜ਼ਰੂਰ ਕੱਢਿਆ ਕਰੋ, ਸਤ ਸੰਗਤ ਕਰਿਆ ਕਰੋ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ, ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਇਹ ਬਚਨ ਨੇ। ਸਤਿਗੁਰੂ ਜੀ ਇਹ ਗਰੰਟੀ ਦਿੰਦੇ ਨੇ ਕਿ ਭਾਈ ਗੁਰਸਿੱਖਾ ਜੇਕਰ ਸਤ ਸੰਗਤ ਵਿੱਚ ਬੈਠ ਕਰਕੇ ਸਾਡਾ ਗੁਰ ਇਤਿਹਾਸ ਸ਼ਰਵਣ ਕਰੇਗਾ ਨਾ, ਤੇ ਤੈਨੂੰ 84 ਲੱਖ ਜੂਨਾਂ ਦੇ ਗੇੜੇ ਵਿੱਚ ਨਹੀਂ ਪੈਣ ਦੇਵਾਂਗੇ, ਜਨਮ ਮਰਨ ਤੋਂ ਰਹਿਤ ਕਰ ਦੇਵਾਂਗੇ, ਆਪਣੇ ਚਰਨਾਂ ਦੇ ਨਾਲ ਤੈਨੂੰ ਮੇਲ ਲਵਾਂਗੇ। ਐਸੀਆਂ ਸਤਿਗੁਰੂ ਜੀ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਦੀ ਬਾਬਤ, ਸਤ ਸੰਗਤ ਦੀ ਬਾਬਤ ਮਹਾਰਾਜ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਸਤਿਗੁਰੂ ਜੀ ਸਾਨੂੰ ਬਖਸ਼ਿਸ਼ਾਂ ਕਰਦੇ ਨੇ। ਆਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਜਦੋਂ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ, ਉਪਰੰਤ 12 ਮਹਾ ਗੁਰਬਾਣੀ ਦੀ ਕਥਾ ਵਿਚਾਰ ਹੋਵੇਗੀ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਪੁਰਬਾਂ ਦੀ ਕਥਾ ਵਿਚਾਰ ਹੋਵੇਗੀ। ਉਦੋਂ ਵੀ ਜ਼ਰੂਰ ਆਪ ਜੀਆਂ ਨੇ ਹਾਜ਼ਰੀ ਭਰਨੀ। ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜ ਕੇ ਆਓ ਦੀਵਾਨਾਂ ਦੀ ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਆਦਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਦਾ ਗਾਵਹਾਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਮਿਟਾਓ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਬਦ ਧਰਮ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ। ਅਨੰਦ ਸੁਨਹੁ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਭਗਤ, ਸਤਿਗੁਰ ਰਹਿਆ ਹਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ, ਦਾਇਆ ਖੇਲੈ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਰ। ਕਰਨੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਲ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ